किसान वीरों ते भैणों जय हिंद लैके हाज़र हाँ तुहाडा पसंदीदा प्रोग्राम मेरा पिंड मेरे खेत। ये तो तुसीं सारे जानते ही हो कि इस प्रोग्राम 'च असीं वख-वख विषयां दे वख-वख माहरां नूं बुलाउंदे रहीदा ते अज जिहड़े माहर साडे कोल पहुंचे आ ना तेजपाल जी आजो 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 चौहान साहब आजो लंघिया जय हिंद जी चौहान साहब जय हिंद जी डॉक्टर साहब आओ बैठो बैठो डॉक्टर साहब बैठो चौहान साहब बैठो बैठो होर सुनाओ चौहान साहब बस बहुत बढ़िया जी ठीक ठाक पहुंचे हाँ जी गर्मी गुरमी तो बचे हैं गर्मी तो बचे मैं गर्मी है बहुत आ बचना ही पैंदा हाँ ਹਾਂ ਉਹ ਤਾਂ ਹੈ ਅੱਛਾ ਡਾਕਟਰ ਸਾਹਿਬ ਲਿਆਂਦੇ ਨਾਲ ਤੁਸੀਂ ਇਹ ਬੜਾ ਵਧੀਆ ਕੰਮ ਕੀਤਾ ਹੈ ਡਾਕਟਰ ਸਾਹਿਬ ਫਿਰ ਆਪਣੇ ਪਿੰਡ ਇੱਥੇ ਆ ਗਏ ਸੀ ਬਾਹਰ ਅੱਛਾ ਉਹ ਮੈਂ ਵੀ ਪਹੁੰਚ ਗਿਆ ਅੱਛਾ ਕਹਿੰਦੇ ਮੈਂ ਬੈਠਕ ਜਾਣਾ ਮੈਂ ਕਿਹਾ ਆਓ ਫਿਰ ਚੱਲੀਏ ਇਕੱਠੇ ਹਾਂ ਨਹੀਂ ਇਹ ਵਧੀਆ ਕੰਮ ਕੀਤਾ ਤੁਸੀਂ ਜਾਣ ਪਛਾਣ ਕਰਾਓ ਡਾਕਟਰ ਸਾਹਿਬ ਨਾਲ ਡਾਕਟਰ ਤੇਜਪਾਲ ਜੀ ਚੌਹਾਨ ਸਾਹਿਬ ਡਾਕਟਰ ਸਾਹਿਬ ਨਾਲ ਜਾਣ ਪਛਾਣ ਕਰਾਓ ਮੇਰਾ ਨਾਂ ਨਹੀਂ ਮੇਰੇ ਨਾਂ ਨਾਲ ਡਾਕਟਰ ਲਾਈ ਜਾਂਦੇ ਬਈ ਮੈਂ ਡਾਕਟਰ ਸਾਹਿਬ ਦਾ ਤਾਰੁਫ ਹੀ ਕਰਾ ਰਿਹਾ ਤੁਹਾਡੇ ਨਾਲ ਅੱਛਾ ਡਾਕਟਰ ਵੀ ਇਹ ਵੀ ਤੇਜਪਾਲ ਸਿੰਘ ਨੇ ਅੱਛਾ ਇਹਨੇ ਡਾਕਟਰ ਤੇਜਪਾਲ ਸਿੰਘ ਅੱਛਾ ਜ਼ਿਲ੍ਹਾ ਸਿਖਲਾਈ ਅਫਸਰ ਨੇ ਹਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਹੈ ਨਾ ਆਪਣਾ ਹਾਂਜੀ 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 ਉਹਦੇ ਵਿੱਚ ਕਪੂਰਥਲੇ 'ਚ ਆਪਣੀ ਇਹ ਸੇਵਾ ਨਿਭਾ ਰਿਹਾ ਓ ਜੀ ਆਇਆਂ ਨੂੰ ਡਾਕਟਰ ਤੇਜਪਾਲ ਸਿੰਘ ਜੀ ਧੰਨਵਾਦ ਹੈਂ? ਧੰਨਵਾਦ ਅੱਛਾ ਅਸੀਂ ਚੌਹਾਨ ਸਾਹਿਬ ਨੂੰ ਲਿਆਂਦਾ ਤੇ ਇਸ ਕਰਕੇ ਸੀਗਾ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਚੌਹਾਨ ਸਾਹਿਬ ਆਇਓ ਜੀ। ਹੈ ਮੈਂ ਕਿਹਾ ਸੀ ਕੋਈ ਗੱਲਾਂ ਬਾਤਾਂ ਕਰਾਂਗੇ ਆ ਚੌਹਾਨ ਸਾਹਿਬ ਖੇਡਾਂ ਖੇਡਣ ਡੈ ਪਏ ਸੀਪ ਲਾਉਣ ਡੈ ਪਏ ਸਾਡੀ ਹੈ ਉਹ ਨਹੀਂ ਮਹਾਰਾਜ ਤੇਜਪਾਲ ਜੀ ਸੀਪ ਨਹੀਂ ਲਾਈ ਤਾਂ ਹੋਰ ਕੀ ਕੀਤਾ ਤੁਸੀਂ ਦੇਖੋ ਇਹ ਤਾਂ ਕੁਦਰਤੀ ਹੋ ਗਿਆ ਅੱਛਾ ਵੀ ਤੇਜਪਾਲ ਦੇ ਨਾਲ ਤੇਜਪਾਲ ਸਾਹਿਬ ਹੀ ਡਾਕਟਰ ਸਾਹਿਬ ਆ ਗਏ ਮੈਂ ਇਸ ਗੱਲ ਦਾ ਗਵਾਹ ਆ ਵੀ ਸੀਪ ਨਹੀਂ ਲੱਗੀ ਤੇ ਅਸੀਂ ਬੜੀਆਂ ਕੰਮ ਦੀਆਂ ਗੱਲਾਂ ਕਰਦੇ ਉਹ ਵੈਰੀ ਗੁੱਡ ਚਲੋ ਇਹ ਠੀਕ ਹੈ ਆਪਾਂ ਨਾ ਦੋ ਹੀ ਤੇਜਪਾਲਾਂ ਨੇ ਰਲ ਕੇ ਹਾਂਜੀ ਹਾਂਜੀ ਚੌਹਾਨ ਸਾਹਿਬ ਗੱਬੇ ਪਾ ਲਏ ਆ ਠੀਕ ਹੈ ਠੀਕ ਹੈ ਹਾਂਜੀ 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 ਹੋਰ ਚੌਹਾਨ ਸਾਹਿਬ ਬਸ ਵਧੀਆ ਜੀ ਠੀਕ ਠਾਕ ਰਹੇ ਵਾਹਵਾ ਦਿਨਾਂ ਬਾਅਦ ਗੇੜਾ ਵੱਜਿਆ ਹਾਂ ਕਾਫੀ ਦਿਨ ਬਾਅਦ ਗੇੜਾ ਵੱਜਿਆ ਜੀ ਮੇਰਾ ਆ ਉਹ ਫਿਰ ਥੋੜਾ ਜਿਹਾ ਕੰਮਕਾਰ ਸੀਗੇ ਜੀ ਘਰੇਲੂ ਅੱਛਾ ਤੇ ਉਹ ਕਰਦੇ ਰਹੇ ਹਾਂ ਅੱਛਾ ਉਹ ਆਪਣੇ ਮਿੱਤਰ ਵਾਲ ਨਹੀਂ ਹੋ ਕੇ ਆਏ ਆ ਹੋ ਉਹ ਕੇ ਆਏ? ਜੱਗੇ ਹੋਣਾਗੇ ਹਾਂ ਹਾਂ ਉਹ ਜਿਨ੍ਹਾਂ ਨੇ ਟਰੈਕਟਰ ਲਿਆਂਦਾ ਪਤਾ ਲੱਗ ਗਿਆ ਲੱਗ ਗਿਆ ਤੇ ਉਹਨੂੰ ਥੋੜੀ ਸਮਝਦਾਰੀ ਨਹੀਂ ਸਿਖਾਈ ਮੈਨੂੰ ਥੋੜਾ ਜਿਹਾ ਦੱਸੋ ਉਹ ਇੱਕਦਮ ਕਿਵੇਂ ਲੈ ਆਏ ਉਹ ਟਰੈਕਟਰ ਪਤਾ ਕੋਈ ਨਹੀਂ ਹੋਇਆ ਕੀ ਆ ਕਹਿੰਦੇ ਵੀ ਉਹ ਪਰੇ ਜੱਗੇ ਹੋਣਾ ਕਿ ਉਹ ਦੂਜਾ ਆਪਣੇ ਦੂਸਰਾ ਜਿਹੜਾ ਆ ਗਿੰਦਰ ਹੁਣੀ ਹਾਂ ਹਾਂ ਉਹਨਾਂ ਨੇ ਲਿਆ ਸੀ ਟਰੈਕਟਰ ਪਹਿਲਾਂ ਉਹਨਾਂ ਨੇ ਲਿਆ ਸੀ ਉਹਨਾਂ ਨੇ ਲਿਆ ਸੀ ਅੱਛਾ। ਇਹਨਾਂ ਦੀ ਆਪਸ 'ਚ ਹੈਗੀ ਟੈਂ ਓਹੋ ਮਤਲਬ ਰੀਸ ਕੀਤੀ ਰੀਸ ਕੀਤੀ ਮੈਂ ਤਾਂ ਉਦੋਂ ਕਿਹਾ ਉਹ ਮੈਂ ਕਿਹਾ ਭਾ ਕਿੱਲੇ ਤੇਰੇ ਦੋ ਨਹੀਂ ਆਉਂਦੇ ਹਿੱਸੇ ਹੈ ਤੂੰ ਐਡਾ ਟਰੈਕਟਰ ਕਰਨ ਲੈਣਾ ਸੀ ਕਹਿੰਦਾ ਉਹਨੇ ਲਿਆ ਸੀ ਤਾਂ ਜੀ ਮੈਂ ਲਿਆ ਦੇਖੋ ਰੀਸ ਕਰਨੀ ਬੜੀ ਮਾੜੀ ਗੱਲ ਆ ਮਾੜੀ ਗੱਲ ਆ ਕਿਉਂਕਿ ਰੀਸ ਜਦੋਂ ਅਸੀਂ ਕਰਦੇ ਆ ਨਾ ਤੇ ਇਹਦੇ ਨਾਲ ਨੁਕਸਾਨ ਹੀ ਨੁਕਸਾਨ ਹੈ ਨਹੀਂ ਨਾਲੇ ਗੱਲ ਇਹ ਆ ਡਾਕਟਰ ਸਾਹਿਬ ਨੁਕਸਾਨ ਦੀ ਜਿਹੜੀ ਗੱਲ ਆ ਇੱਕ ਚੀਜ਼ ਹੁੰਦੀ ਆ ਉਹ ਸਾਡੀ ਜ਼ਰੂਰਤ ਦੀ ਚੀਜ਼ ਆ ਉਹ ਅਸੀਂ ਲੈਣੀ ਹੁੰਦੀ ਆ ਜਿਹੜੀ ਤੁਸੀਂ 2 ਕਿੱਲਿਆਂ ਵਾਲੀ ਗੱਲ ਕੀਤੀ ਹੈ ਨਾ ਆਹ ਟਰੈਕਟਰ ਤੇ ਇਸ ਤਰ੍ਹਾਂ ਦੀ ਚੀਜ਼ ਆ ਵੀ 50 ਕਿੱਲੇ ਕਿਸੇ ਕੋਲ ਹੋਣ ਤੇ ਉਹ ਵੀ ਵਗਦਾ ਰਵੇ ਤੇ ਤਾਂ ਤਾਂ ਫਾਇਦੇਮੰਦ ਫਾਇਦੇਮੰਦ ਹਾਂ 2 ਕਿੱਲਿਆਂ ਵਾਲੇ ਕੋਲ ਤੇ ਕਿਸ਼ਤਾਂ ਨਹੀਂ ਪੂਰੀਆਂ ਹੋਣੀਆਂ ਉਹੀ ਗੱਲ ਆ ਨਾ ਚਾਦਰ ਦੇਖ ਕੇ ਤਾਂ ਹੀ ਸਿਆਣੇ ਕਹਿੰਦੇ ਨਾ ਪੈਰ ਪਸਾਰਨੇ ਚਾਹੀਦੇ ਆ ਇਹ ਤੁਸੀਂ ਉਹਨੂੰ ਦੱਸਣਾ ਸੀ ਉਹਨੂੰ ਦੱਸਾਂਗੇ ਜਦੋਂ ਕਿਤੇ ਬੈਠਾਂਗੇ ਹੁਣ ਤਾਂ ਉਹਨੇ ਕਰ ਹੀ ਲਿਆ ਜੋ ਕਰ ਮੈਂ ਅੱਗੇ ਇੱਕ ਵਾਰ ਕਹਿ ਬੈਠਾ ਕਹਿੰਦਾ ਕੋਈ ਨਹੀਂ ਅਸੀਂ ਚਾਦਰ ਵੱਡੀ ਕਰ ਲੈਣੀ ਕਹਿੰਦਾ ਉਹ ਵੱਡੀ ਨਹੀਂ ਹੁੰਦੀ ਉਹ ਫਟ ਹੀ ਜਾਂਦੀ ਹੈ ਫਿਰ ਮੈਂ ਕਿਹਾ ਕਿਤੇ ਫੱਟੀ 'ਚ ਪੈਰ ਫਸ ਜੇ ਤਾਂ ਉਹ ਸਾਰੀ ਫਿਰ ਲੀਰਾਂ ਸਾਰੀ ਲੀਰਾਂ ਹੋ ਜਾਂਦੀ ਫਿਰ ਬੰਦੇ ਆ ਦੇਖੋ ਆਪਣੇ ਖਰਚੇ ਤੇ ਵਧਾ ਲੈਂਦੇ ਆ ਹਾਂ ਆਮਦਨ ਸਾਡੀ ਉਨੀ ਆ ਹਾਂਜੀ ਹੈਨਾ ਹਾਂਜੀ ਹਾਂਜੀ ਫਿਰ ਅਸੀਂ ਪੁੱਠੇ ਸਿੱਧੇ ਰਾਹਾਂ ਹਾਲ ਤੁਰਦੇ ਆ ਨਹੀਂ ਜੀ ਨਹੀਂ ਦੇਖੋ ਯੂਨੀਵਰਸਿਟੀ ਨੇ ਆਪਾਂ ਨੂੰ ਖੇਤੀ ਦੀ ਗੱਲ ਕਰੀਏ ਤਾਂ ਕਿਸਮਾਂ ਇਹੋ ਜੀਆਂ ਦਿੱਤੀਆਂ ਨੇ ਜਿਨ੍ਹਾਂ ਦਾ ਝਾੜ ਮਤਲਬ ਡਬਲ ਨਹੀਂ ਹੋ ਸਕਦਾ ਇੱਕਦਮ ਬਿਲਕੁਲ ਜੇ ਆਪਾਂ ਕਹਿ ਲਈਏ ਅਗਲੇ ਸਾਲ ਸਾਡਾ ਝਾੜ ਡਬਲ ਹੋ ਜਾਊ ਆਪਾਂ ਅਗਲੇ ਸਾਲ ਆ ਵੈਰਾਈਟੀ ਬੀਜ ਲਈਏ ਨਾ ਸਾਨੂੰ ਸਾਡੇ ਖਰਚੇ ਘਟਾਉਣੇ ਪੈਣੇ ਆ ਖਰਚੇ ਘਟਾ ਕੇ ਹੀ ਅਸੀਂ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ ਬਿਲਕੁਲ ਅਦਰਵਾਈਜ਼ ਤਾਂ ਫਿਰ ਫਾਹਾ ਲੈਣ ਵਾਲੀ ਗੱਲ ਹੀ ਹੈ ਹਾਂ ਨਹੀਂ ਦੇਖੋ ਫੇਰ ਜੇ ਆਪਾਂ ਉਹਨੂੰ ਸਾਧਨ ਨੂੰ ਵਰਤਣਾ ਨਾ ਚਲੋ ਆਪਾਂ ਜੇ ਕਹੀਏ ਕਿਰਾਏ ਤੇ ਵਾਹੁਣਾ ਸ਼ੁਰੂ ਕਰ ਦਈਏ ਉਹ ਵੀ ਠੀਕ ਆ ਜਾਂ ਤਾਂ ਉਹ ਤਰੀਕਾ ਹੋਵੇ ਉਹ ਐ ਬੌਣ ਨਹੀਂ ਕੋਈ ਵੀ ਇਹਨਾਂ ਜਾਂਦਾ ਦਾ ਕੰਮ ਉਹੋ ਜਿਹਾ ਹੈ ਨਹੀਂ ਨਾ 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 ਫਿਰ ਤਾਂ ਸਾਡਾ ਉਹ ਤੌਰ 'ਚ ਫਰਕ ਪੈਂਦਾ ਜੇ ਅਸੀਂ ਕਿਸੇ ਦੇ ਕਿਰਾਏ ਤੇ ਵਣ ਚਲੇ ਗਏ ਆ ਬਸ ਉਹੀ ਗੱਲ ਆ ਨਾ, ਇਸ ਉੱਦਾਂ ਨਹੀਂ ਕਰਕੇ ਸਾਨੂੰ ਦੇਖਣਾ ਚਾਹੀਦਾ ਵੀ ਭਾਈ ਪਤਾ ਤਾਂ ਹੁੰਦਾ ਹੀ ਆ ਕਿ ਸਾਡੀ ਆਮਦਨ ਕਿੰਨੀ ਕੁ ਆ ਸਾਡੇ ਪਿੰਡਾਂ ਦੇ ਵਿੱਚ ਆਪਣੇ ਲਾਗਲੇ ਪਿੰਡ ਨਹੀਂ ਉਹ ਗਰੁੱਪ ਬਣਾਇਆ ਬੰਦਿਆਂ ਨੇ ਉਹ ਟਰੈਕਟਰ ਵੀ ਆ ਸਾਰੀ ਮਸ਼ੀਨਰੀ ਆ ਹੋਰ 2 ਕਿੱਲਿਆਂ ਵਾਲਾ ਬੰਦਾ ਉੱਥੋਂ ਕਿਰਾਏ ਤੇ ਲੈ ਕੇ ਵਹਾ ਸਕਦਾ ਬੜੇ ਬਿਜਾਈ ਕਰਾ ਸਕਦਾ ਸਰਕਾਰ ਇਹਦੇ ਵਾਸਤੇ ਵੱਖਰੀ ਮਦਦ ਕਰਦੀ ਆ ਸਬਸਿਡੀ ਦਿੰਦੀ ਆ ਜੇ ਕੋਈ ਆਮ ਕਿਸਾਨ ਲੈਂਦਾ ਆ ਉਹਨੂੰ ਘੱਟ ਸਬਸਿਡੀ ਆ ਤੇ ਜੇ ਕੋਈ ਗਰੁੱਪ ਚ ਲੈਂਦਾ ਤੇ ਉਹਨੂੰ ਦੂਣੀ ਆ ਦੇਖੋ ਜੀ ਉਹੀ ਗਰੁੱਪ ਬਣਾਓ ਫੇਰ ਤੁਹਾਡਾ ਮਸ਼ੀਨਰੀ ਨਾਲ ਸਰਦਾ ਸਭ ਤੋਂ ਸੌਖਾ ਤਰੀਕਾ ਹੈ ਕੱਲੇ ਆਪਾਂ ਕੰਮ ਕਰਾਂਗੇ ਸਬਜ਼ੀਆਂ ਬੀਜਾਂਗੇ ਤਾਂ ਮੰਡੀ ਜਾਵਾਂਗੇ ਤਾਂ ਮੰਡੀਆਂ ਦੇ ਭਾਅ ਆਉਣਗੇ ਤੇ ਮੈਨੂੰ ਲੱਗਦਾ ਮੈਂ ਤੁਹਾਨੂੰ ਸੁਣਾਉਂਗਾ ਸੁਣਾਵਾਂ ਫਿਰ ਮੰਡੀਆਂ ਦੇ ਭਾਅ ਮੰਡੀਆਂ ਦੇ ਅੱਜ ਜਿਹੜੇ ਭਾਅ ਰਹੇ ਆ ਜੀ ਇਦਾਂ ਰਹੇ ਆ ਆਲੂ ਜਲੰਧਰ ਵਿਕਿਆ 500 ਰੁਪਏ ਕੁਇੰਟਲ ਅੰਮ੍ਰਿਤਸਰ 600
ਬਰਨਾਲਾ 700 ਰੁਪਏ ਕੁਇੰਟਲ, ਪਟਿਆਲਾ 1000 ਰੁਪਏ ਕੁਇੰਟਲ, ਫਾਜ਼ਿਲਕਾ 800 ਰੁਪਏ ਕੁਇੰਟਲ ਤੇ ਮਾਨਸਾ ਅੱਜ ਆਲੂ ਵਿਕਿਆ ਜੀ 900 ਰੁਪਏ ਫੀ ਕੁਇੰਟਲ। ਜੀ ਪਿਆਜ਼ ਜਲੰਧਰ ਵਿਕਿਆ 1000 ਰੁਪਏ, ਅੰਮ੍ਰਿਤਸਰ 900, ਬਰਨਾਲਾ ਵੀ 900, ਪਟਿਆਲਾ 1400 ਰੁਪਏ ਕੁਇੰਟਲ, ਫਾਜ਼ਿਲਕਾ 1200 ਰੁਪਏ ਕੁਇੰਟਲ ਤੇ ਮਾਨਸਾ ਪਿਆਜ਼ ਅੱਜ ਵਿਕਿਆ ਜੀ 1000 ਰੁਪਏ ਫੀ ਕੁਇੰਟਲ। ਜੀ ਅੱਗੇ ਆ ਗਿਆ ਟਮਾਟਰ, ਜਲੰਧਰ 800 ਰੁਪਏ ਕੁਇੰਟਲ, ਅੰਮ੍ਰਿਤਸਰ 1000 ਰੁਪਏ ਕੁਇੰਟਲ, ਬਰਨਾਲਾ 1250 ਰੁਪਏ ਕੁਇੰਟਲ, ਪਟਿਆਲਾ 1500 ਰੁਪਏ ਕੁਇੰਟਲ, ਫਾਜ਼ਿਲਕਾ 1000 ਰੁਪਏ ਤੇ ਮਾਨਸਾ ਟਮਾਟਰ ਵਿਕਿਆ 3000 ਰੁਪਏ ਫੀ ਕੁਇੰਟਲ ਜੀ। ਬੈਂਗਣ ਜਲੰਧਰ 700 ਰੁਪਏ, ਅੰਮ੍ਰਿਤਸਰ 600 ਰੁਪਏ, ਬਰਨਾਲਾ 1250 ਰੁਪਏ, ਪਟਿਆਲਾ 1100 ਰੁਪਏ, ਫਾਜ਼ਿਲਕਾ 800 ਰੁਪਏ ਕੁਇੰਟਲ ਤੇ ਮਾਨਸਾ ਬੈਂਗਣ ਅੱਜ ਵਿਕਿਆ ਜੀ 2000 ਰੁਪਏ ਕੁਇੰਟਲ। ਤੇ ਅੱਗੇ ਆ ਗਿਆ ਘੀਆ 400 ਰੁਪਏ ਵਿਕਿਆ ਜਲੰਧਰ, 400 ਹੀ ਅੰਮ੍ਰਿਤਸਰ, 550 ਰੁਪਏ ਕੁਇੰਟਲ ਵਿਕਿਆ ਜੀ ਬਰਨਾਲਾ, 400 ਰੁਪਏ ਪਟਿਆਲਾ, ਫਾਜ਼ਿਲਕਾ 500 ਰੁਪਏ ਕੁਇੰਟਲ ਘੀਆ ਵਿਕਿਆ ਤੇ ਮਾਨਸਾ ਅੱਜ ਘੀਆ ਵਿਕਿਆ ਜੀ 800 ਰੁਪਏ ਫੀ ਕੁਇੰਟਲ ਜੀ। ਇਹ ਤਾਂ ਸੀਗੇ ਮੰਡੀਆਂ ਦੇ ਭਾਅ ਦਿੱਤੇ ਆਪਾਂ ਸੁਣਾ। ਜੀ ਹੁਣ ਡਾਕਟਰ ਸਾਹਿਬ ਕਰਾਂਗੇ ਤੁਹਾਡੇ ਨਾਲ ਗੱਲ। ਕਰੋ ਜੀ, ਵੈਲਕਮ। ਡਾਕਟਰ ਤੇਜਪਾਲ ਸਿੰਘ ਜੀ, ਅੱਜ ਹੁਣ ਤੁਹਾਡੇ ਨਾਲ ਅਸੀਂ ਗੱਲ ਜਿਹੜੀ ਕਰਨੀ ਆ ਉਹ ਹੈਗੀ ਆ ਜੀ ਵੱਧ ਰਹੀ ਤਪਸ਼ ਦਾ ਸਾਡੀ ਖੇਤੀ ਤੇ ਅਸਰ। ਹਾਂਜੀ ਇਹ ਸਾਡਾ ਅੱਜ ਦਾ ਵਿਸ਼ਾ ਆ। ਬਿਲਕੁਲ। ਇਹਦੇ ਬਾਰੇ ਤੁਹਾਤੋਂ ਜਾਣਕਾਰੀ ਲਵਾਂਗੇ। ਕਿਸਾਨ ਵੀਰੋ ਤੇ ਭੈਣੋ, ਇਸ ਵਿਸ਼ੇ ਤੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਫੋਨ ਕਰਨ ਲਈ ਸਾਡਾ ਨੰਬਰ ਤੁਸੀਂ ਨੋਟ ਕਰ ਲਓ। ਸਾਡੇ ਨੰਬਰ ਹੈ 0181 281 42 61 ਤੇ ਸਾਡਾ ਦੂਜਾ ਨੰਬਰ ਹੈ 0181 281 42 64। ਹਾਂਜੀ ਡਾਕਟਰ ਸਾਹਿਬ ਜੀ, ਗਰਮੀ ਤਾਂ ਸਾਰਿਆਂ ਨੂੰ ਹੀ ਲੱਗਦੀ ਆ। ਲੱਗਦੀ ਬਿਲਕੁਲ ਬਿਲਕੁਲ। ਜਦੋਂ ਇਹ ਛੋਟੇ ਹੁੰਦੇ ਸੀ ਉਦੋਂ ਲੱਗਦੀ ਹੁੰਦੀ ਸੀ, ਪਰ ਮਹਿਸੂਸ ਘੱਟ ਕਰਦੇ ਸੀ। ਕਹਿੰਦੇ ਉਦੋਂ ਹੁੰਦੀ ਵੀ ਘੱਟ ਸੀ। ਜੀ, ਜੀ, ਹੈ ਧੁੱਦਲ ਚ ਨੰਗੇ ਪੈਰੀ ਵਿੱਚ ਆਈਦਾ ਹੀ, ਖੇਡ ਆਈਦਾ ਹੀ, ਹੈ ਨਾ। ਸਹੀ ਗੱਲ ਹੈ ਜੀ। ਮੇਰੇ ਨਾਲ ਤਾਂ ਅਕਸਰ ਹੀ ਹੁੰਦਾ ਸੀ ਜੀ, ਖੇਡਣ ਜਾਣਾ ਚੱਪਲਾਂ ਮੈਂ ਉੱਥੇ ਛੱਡ ਕੇ ਆ ਜਾਂਦਾ ਹੁੰਦਾ ਸੀ ਕਿਉਂਕਿ ਖਿਆਲ ਹੀ ਨਹੀਂ ਸੀ ਹੁੰਦਾ। ਪਰ ਹੁਣ ਆ ਪਿਛਲੇ ਕੁਝ ਸਾਲਾਂ ਤੋਂ ਇਹ ਗੱਲਾਂ ਬੜੀਆਂ ਆਪਾਂ ਸੁਣ ਰਹੇ ਹਾਂ ਵੀ ਤਪਸ਼ ਜਿਹੜੀ ਆ ਇਹ ਵੱਧ ਰਹੀ ਆ। ਜੀ ਜੀ। ਜਦੋਂ ਤੁਹਾਡੇ ਹਿਸਾਬ ਨਾਲ ਅਸੀਂ ਤਪਸ਼ ਵਧਣ ਦੀ ਗੱਲ ਕਰਦੇ ਹਾਂ, ਹਾਂਜੀ, ਉਦੋਂ ਕੀ ਭਾਵ ਆ ਤੁਹਾਡਾ ਤਪਸ਼ ਵਧਣ? ਇਸ ਤਰ੍ਹਾਂ ਹੈ ਤੇਜਪਾਲ ਜੀ, ਜੀ ਮੈਨੂੰ ਇੰਜ ਲੱਗ ਰਿਹਾ ਵੀ ਮੈਂ ਆਪਣੇ ਨਾਲ ਹੀ ਗੱਲ ਕਰ ਰਿਹਾ। ਚਲੋ ਹੁਣ ਜੋ ਸੰਬੋਧਨ ਕਰਨਾ ਹੈ, ਵਾਤਾਵਰਣ ਦੀ ਗਰਮੀ ਤੇ ਜਿਸ ਤਰ੍ਹਾਂ ਹੁਣ ਗੱਲ ਕਰ ਰਹੇ ਹਾਂ ਵੀ ਇਸ ਵੇਲੇ 42-43 ਡਿਗਰੀ ਟੈਂਪਰੇਚਰ ਹੈ ਜੀ, ਇਹ ਇੱਕ ਅਲੱਗ ਚੀਜ਼ ਹੈ। ਜਦੋਂ ਅਸੀਂ ਵਾਤਾਵਰਣ ਦੀ ਗਰਮੀ ਦੀ ਗੱਲ ਕਰਦੇ ਹਾਂ, ਇਸ ਤੋਂ ਭਾਵ ਹੈ ਵੀ ਜੋ ਵਿਸ਼ਵ ਦਾ ਤਾਪਮਾਨ ਜੋ ਸਾਡੀ ਵਨਸਪਤੀ ਤੋਂ ਉਪਜਦਾ ਹੈ ਉਹ 13.9 ਡਿਗਰੀ ਸੈਲਸੀਅਸ, ਅੱਛਾ ਜੀ, ਜੋ ਅਸੀਂ ਆਸਾਨ ਭਾਸ਼ਾ ਵਿੱਚ ਕਹਿੰਦੇ ਆ, ਇਹ ਸਾਡਾ ਔਸਤਨ ਤਾਪਮਾਨ, ਇਹ ਨਾਰਮਲ ਹੈ। ਅੱਛਾ ਜੀ, ਇਹਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਜੀ। ਲੇਕਿਨ ਜਦੋਂ ਐਸੇ ਸਾਧਨ, ਐਸੇ ਢੰਗ ਤਰੀਕੇ, ਭਾਵੇਂ ਉਦਯੋਗ ਕਰਕੇ ਹੋਵੇ, ਭਾਵੇਂ ਖੇਤੀ ਕਰਕੇ ਹੋਵੇ, ਜਦੋਂ ਇਹ ਤਾਪਮਾਨ ਵੱਧਦਾ ਹੈ ਨਾ, ਤੇ ਫਿਰ ਜਦੋਂ ਸੂਰਜ ਦੀਆਂ ਕਿਰਨਾਂ ਆਉਂਦੀਆਂ ਆ, ਸਾਡੇ ਵਾਤਾਵਰਣ ਦੇ ਵਿੱਚ ਪ੍ਰਵੇਸ਼ ਹੁੰਦੀਆਂ ਆ, ਉਹ ਫਿਰ ਵਾਪਸ ਨਹੀਂ ਜਾ ਸਕਦੀਆਂ ਜੀ। ਉਹਨਾਂ ਦੇ ਵਾਪਸ ਨਾ ਜਾਣ ਕਰਕੇ ਫਿਰ ਤਾਪਮਾਨ 'ਚ ਵਾਧਾ ਹੁੰਦਾ ਹੈ। ਇਹਨੂੰ ਅਸੀਂ ਕਹਿੰਦੇ ਆ ਵੀ ਇਹ ਵਾਤਾਵਰਣ ਦੇ ਤਾਪਮਾਨ ਦੇ ਵਿੱਚ ਵਾਧਾ ਹੋ ਗਿਆ। ਅੱਛਾ ਜੀ, ਇਹਦਾ ਮੂਲ ਭਾਵ ਇਸ ਤੋਂ ਲਿਆ ਜਾ ਸਕਦਾ ਹੈ। ਠੀਕ ਹੈ। ਇਹ ਤਾਪਮਾਨ ਦੇ ਵਿੱਚ ਵਾਧਾ ਹੈ। ਇਹਦੇ ਵਿੱਚ 1 ਜਾਂ ਪੌਣਾ ਇੰਨਾ ਕੁ ਵੱਧ ਜਾਵੇ ਤੇ ਇਹਦੇ ਵਿੱਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ। ਇੰਨੀ ਕੁ ਡਿਗਰੀ ਇਹ ਕਹਿਣ ਨੂੰ ਬਹੁਤ ਘੱਟ ਲੱਗਦਾ ਆ, ਲੇਕਿਨ ਜੇ ਤਾਪਮਾਨ ਦੇ ਵਿੱਚ 1 ਜਾਂ 1.5 ਡਿਗਰੀ ਵਾਧਾ ਹੋਵੇ ਤੇ ਇਹ ਬੜੀ ਖਤਰਨਾਕ ਗੱਲ ਆ। ਅੱਛਾ, ਇੰਨੇ ਨਾਲ ਹੀ ਬਹੁਤ ਖਤਰਨਾਕ ਹੋ ਜਾਂਦਾ? ਬਹੁਤ ਖਤਰਨਾਕ ਗੱਲ ਆ। ਅੱਛਾ ਜੀ, ਬੜੀ ਸੀਰੀਅਸ ਹੁਣ ਇਸ ਤਰ੍ਹਾਂ ਹੈ ਵੀ ਜੋ ਸਾਨੂੰ ਕੁਦਰਤ ਨੇ ਸੋਮੇ ਦਿੱਤੇ ਆ, ਜੋ ਸਾਨੂੰ ਸਾਧਨ ਦਿੱਤੇ ਆ, ਹਾਂਜੀ ਹਾਂਜੀ, ਉਹਦੇ ਵਿੱਚ ਫਿਰ ਜਿਵੇਂ ਸਾਡੇ ਗਲੇਸ਼ੀਅਰ ਆ, ਹਾਂਜੀ ਹਾਂਜੀ, ਹੁਣ ਉਹ ਇੰਨੇ ਕੁ ਤਾਪਮਾਨ ਦੇ ਨਾਲ ਉਹਨਾਂ ਨੇ ਪਿਘਲਣਾ ਸ਼ੁਰੂ ਹੋ ਜਾਣਾ। ਆ ਦਿਖਾਲਦੇ ਹੁੰਦੇ ਆ, ਕਹਿੰਦੇ ਉਹ ਡਿੱਗੀ ਜਾਂਦੇ ਆ ਟੁੱਟ ਟੁੱਟ ਕੇ। ਹਾਂਜੀ 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 ਹਾਂਜੀ, ਬਿਲਕੁਲ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਜੀ 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 ਜੀ। ਸੋ ਇਹ ਆ ਵੀ ਇਹ ਤਾਪਮਾਨ ਦੇ ਵਿੱਚ ਇਹ ਜਿਹੜਾ ਵਾਧਾ ਆ, ਇਹਦਾ ਸਾਡੇ ਸਮਾਜ ਦੇ ਵਿੱਚ ਸਾਡਾ ਵਿਸ਼ੇਸ਼ ਕਰਕੇ ਕਿ ਉਸ ਖੇਤੀ ਦੀਆਂ ਜਿਹੜੀਆਂ ਫਸਲਾਂ ਦੇ ਬਾਰੇ ਗੱਲ ਕਰਦੇ, ਉਹਦੇ ਤੇ ਕੀ ਪ੍ਰਭਾਵ ਆ, ਆਪਾਂ ਉਹ ਗੱਲ ਕਰਨ ਵਾਸਤੇ ਬੈਠੇ ਆ। ਇਹ ਬੜਾ ਇੱਕ ਸੈਂਸਿਟਿਵ, ਬੜਾ ਅਹਿਮ ਮੁੱਦਾ ਆ ਜਿਹੜਾ ਇਸ ਵੇਲੇ ਵਿਚਾਰਨਾ ਬਣਦਾ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਕਿ ਆਪਾਂ ਖੇਤੀ ਦੇ ਸੰਬੰਧੀ ਜਿਹੜਾ ਇਹ ਸਾਡਾ ਤਪਸ਼ ਵੱਧ ਰਹੀ ਆ ਉਹਦੀ ਗੱਲ ਕਰਨ ਲਈ ਬੈਠੇ ਆ। ਤੇ ਆਪਾਂ ਫਿਰ ਸਾਨੂੰ ਤੁਸੀਂ ਇਹ ਜ਼ਰੂਰ ਦੱਸੋ ਕਿ ਕਾਰਨ ਕੀ ਨੇ ਇਹ ਤਪਸ਼ ਵਧਣ ਦੇ? ਕੋਈ ਇਹੋ ਜਿਹੇ ਹੁਣ ਸਪੈਸ਼ਲ ਕੰਮ ਲੋਕ ਕਰਨ ਲੱਗ ਗਏ ਜਿਹਦੇ ਨਾਲ ਵਧਣ ਲੱਗ ਗਈ ਇਹ, ਜਾਂ ਪਹਿਲਾਂ ਤਾਂ ਕੋਈ ਇਹੋ ਜਿਹੇ ਨਹੀਂ ਸੀ? ਹਾਂਜੀ ਚੌਹਾਨ ਸਾਹਿਬ, ਕਲੈਕਟਿਵਲੀ ਸਾਂਝੇ ਤੌਰ ਤੇ ਕਹਿ ਲਈਏ ਤੇ ਕਈ ਕਾਰਨ ਆ ਇਹਦੇ। ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ,
ਜਿੰਨੀ ਕੁ ਹਿਸਟਰੀ ਸਾਨੂੰ ਯਾਦ ਆ ਉਹਦੀ ਅਗਰ ਗੱਲ ਕਰ ਲਈਏ ਵੀ 17ਵੀਂ ਸ਼ਤਾਬਦੀ ਦੇ ਅੱਧ ਵਿੱਚ ਜਦੋਂ ਕਿ ਉਦਯੋਗੀਕਰਨ ਹਾਂਜੀ ਜਿਵੇਂ ਜਿਵੇਂ ਇਨਸਾਨ ਨੂੰ ਸਮਝ ਆਈ ਜਾਂ ਜਿਵੇਂ ਜਿਵੇਂ ਆਬਾਦੀ ਦੇ ਵਿੱਚ ਵਾਧਾ ਆਇਆ, ਉਦਯੋਗੀਕਰਨ ਜਿਵੇਂ ਸ਼ੁਰੂ ਹੋਇਆ ਉਹਦੇ ਵਾਸਤੇ ਫਸਲਾਂ ਦਾ ਆਪਣਾ ਜੰਗਲਾਂ ਦਾ ਕਟਾਅ ਹੋਇਆ। ਉਦਯੋਗੀਕਰਨ ਦੇ ਵਿੱਚ ਜਿਹੜੇ ਲੋਕੀ ਸੀ ਉਹਨਾਂ ਨੂੰ ਇੰਪਲੋਇਮੈਂਟ, ਉਹਨਾਂ ਨੂੰ ਮਜ਼ਦੂਰੀ ਦਿੱਤੀ ਜਾਣੀ ਸੀ, ਬਿਲਕੁਲ ਉਹਨਾਂ ਦੇ ਵਾਸਤੇ ਘਰ ਘਾਟ ਚਾਹੀਦਾ ਸੀਗਾ, ਉਹਦੇ ਵਾਸਤੇ ਫਿਰ ਜੰਗਲਾਂ ਦਾ ਕਟਾਅ ਹੋਇਆ। ਬਿਲਕੁਲ ਉਹਨਾਂ ਨੂੰ ਲੋਕਾਂ ਨੂੰ ਖਾਣ ਵਾਸਤੇ ਚਾਹੀਦਾ ਸੀਗਾ, ਉਹਦੇ ਵਾਸਤੇ ਫਸਲਾਂ ਦਾ ਵਿਸਤਾਰ ਹੋਇਆ। ਹਾਂਜੀ ਅੱਜ ਅਸੀਂ ਕਣਕ ਝੋਨੇ ਦੀ ਗੱਲ ਕਰਦੇ ਹਾਂ, ਉਸ ਵੇਲੇ ਜੋ ਚੀਜ਼ਾਂ ਸੀਗੀਆਂ ਉਸ ਵੇਲੇ ਉਹ ਬੀਜੀਆਂ ਗਈਆਂ। ਇਹ ਸਾਰਾ ਕੁਝ ਵੇਖੋ, ਹੁਣ ਅਸੀਂ ਸਾਹ ਲੈਂਦੇ ਆ ਤੇ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਨਿਕਲਦੀ ਆ। ਬਿਲਕੁਲ ਜੇ ਅਸੀਂ ਗੱਲ ਕਰੀਏ ਨਾ ਵੀ ਇਹ ਤਪਸ਼ ਜਿਹੜੀ ਵੱਧਦੀ ਆ ਇਹਦਾ ਕਾਰਨ ਕੀ ਆ, ਹੁਣ ਇਹਦਾ ਕਾਰਨ ਮੁੱਖ ਤੌਰ ਤੇ ਅਸੀਂ ਕਹੀਏ ਵੀ ਕਾਰਬਨ ਡਾਈਆਕਸਾਈਡ ਜਿਹਦੇ ਨਾਲ ਅਸੀਂ ਸਾਹ ਲੈਂਦੇ ਆ, ਫਿਰ ਮੀਥੇਨ ਗੈਸ ਆ, ਕਾਰਬਨ ਮੋਨੋਆਕਸਾਈਡ ਗੈਸ ਆ, ਹੋਰ ਬਹੁਤ ਸਾਰੀਆਂ ਐਸੀਆਂ ਗੈਸਾਂ ਆ ਜਿਹੜੀ ਫਿਰ ਸੂਰਜ ਦੀ ਗਰਮੀ ਆਉਂਦੀ ਆ। ਜੇ ਕੁਦਰਤੀ ਤੌਰ ਤੇ ਅਸੀਂ ਰਹਿੰਦੇ ਤੇ ਉਹ ਇੰਨੀ ਕੁ ਸੀਗੀ ਵੀ ਜੋ ਸਾਡੇ ਵਾਤਾਵਰਣ ਦੇ ਵਿੱਚ ਜੋ ਪੌਦੇ ਸੀਗੇ, ਵਣ ਵਨਸਪਤੀ ਸੀਗੇ, ਉਹਨਾਂ ਨੇ ਉਹਨੂੰ ਸੋਖ ਲੈਣਾ ਸੀ, ਉਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ। ਲੇਕਿਨ ਜਿਵੇਂ ਜਿਵੇਂ ਇੰਡਸਟਰੀ ਵਧੀ, ਉਦਯੋਗ ਵਧਿਆ, ਉਹਦੇ ਵਿੱਚੋਂ ਫਿਰ ਉਹ ਗੈਸਾਂ ਨਿਕਲੀਆਂ, ਉਹ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਹੋ ਗਈਆਂ ਵੀ ਉਹਨਾਂ ਨੇ ਸੂਰਜ ਦੀ ਜਿਹੜੀ ਤਪਸ਼ ਸੀਗੀ ਉਹਨੂੰ ਵਾਤਾਵਰਣ ਤੋਂ ਬਾਹਰ ਨਹੀਂ ਜਾਣ ਦਿੱਤਾ। ਉਹਨੇ ਇੱਕ ਕਹਿ ਲਓ ਵੀ ਚਾਦਰ ਇੱਕ ਬਣਾ ਲਈ, ਉਹਨੇ ਢੱਕ ਲਿਆ ਵੀ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਵੀ ਇੱਥੇ ਰਵੇ, ਮੀਥੇਨ ਨਿਕਲਦੀ ਆ ਉਹ ਵੀ ਇੱਥੇ ਰਵੇ। ਤੇ ਉਹਨਾਂ ਦੇ ਵਧਣ ਦੇ ਨਾਲ ਉਹ ਫਿਰ ਸੂਰਜੀ ਗਰਮੀ ਅੰਦਰ ਹੀ, ਜਿਵੇਂ ਅਸੀਂ ਕਾਰ ਦੇ ਵਿੱਚ ਬੈਠੇ ਹੋਈਏ, ਜਦੋਂ ਕਾਰ ਅਸੀਂ ਕਿਤੇ ਪਾਰ ਕਰਕੇ ਜਾਂਦੇ ਆ ਤੇ ਜਦੋਂ ਕਿਤੇ ਅੱਜ ਕੱਲ ਹੁਣ ਜਿਵੇਂ 43 ਡਿਗਰੀ ਦੀ ਗੱਲ ਹੋ ਰਹੀ ਹੈ ਤੇ ਸਾਡਾ ਕਾਰ ਦੇ ਵਿੱਚ ਵੜਨ ਨੂੰ ਫਿਰ ਜੀ ਨਹੀਂ ਕਰਦਾ। ਉਹ ਗਰਮੀ ਇੱਕ ਵਾਰੀ ਆ ਗਈ ਤੇ ਕਾਰ ਦੇ ਵਿੱਚ ਹੀ ਰਹੀ। ਬਿਲਕੁਲ ਇਹੋ ਹੀ ਇੱਕ ਮਾਡਲ ਕਿਹਾ ਜਾ ਸਕਦਾ ਹੈ ਵੀ ਜਿਹੜੀ ਸੂਰਜੀ ਕਿਰਨਾਂ ਅੰਦਰ ਆਈਆਂ ਤੇ ਅੰਦਰ ਗ੍ਰੀਨ ਹਾਊਸ ਗੈਸਾਂ ਜਿਹਨੂੰ ਕਹਿੰਦੇ ਅਸੀਂ, ਜਿਨ੍ਹਾਂ ਦਾ ਹੁਣੇ ਅਸੀਂ ਨਾਂ ਲਿਆ, ਉਹਨਾਂ ਨੇ ਇਸ ਗਰਮੀ ਨੂੰ ਬਾਹਰ ਨਹੀਂ ਜਾਣ ਦਿੱਤਾ ਤੇ ਇਹਦੇ ਕਰਕੇ ਫਿਰ ਉਹ ਤਾਪਮਾਨ ਦੇ ਵਿੱਚ ਵਾਧਾ ਹੁੰਦਾ। ਠੀਕ ਹੈ ਜੀ। ਹੁਣ ਉਹਦੇ ਵਿੱਚ ਅੱਗੋਂ ਵੀ ਕੀ ਢੰਗ ਤਰੀਕੇ ਆ, ਉਹਦਾ ਖੇਤੀ ਤੇ ਕੀ ਅਸਰ ਆ, ਉਹ ਫਿਰ ਅਗਲੀਆਂ ਗੱਲਾਂ ਫਿਰ ਆ ਜਾਂਦੀਆਂ। ਹਾਂਜੀ ਹਾਂਜੀ ਤੇਜਪਾਲ ਜੀ, ਬਿਲਕੁਲ ਗੱਲ ਠੀਕ ਹੈ ਇਹਨਾਂ ਦੀ। ਜਿਉਂ-ਜਿਉਂ ਇਨਸਾਨ ਦੀ ਹੋਂਦ ਧਰਤੀ ਤੇ ਆਈ, ਵੱਧਦੀ ਇਨਸਾਨੀਅਤ ਵੱਧਦੀ, ਪਾਪੂਲੇਸ਼ਨ ਵੱਧਦੀ, ਉਹਨਾਂ ਦੇ ਖਾਣ ਲਈ, ਉਹਨਾਂ ਦੇ ਰਹਿਣ ਲਈ, ਉਹਨਾਂ ਨੂੰ ਕੰਮਕਾਰ ਲਈ, ਉਹ ਬਿਲਕੁਲ ਜੰਗਲਾਂ ਦੇ ਕੱਟਣਾ ਪੈਣਾ ਹੀ ਸੀ, ਹਨਾ। ਸੋ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਜਿਉਂ-ਜਿਉਂ ਜੰਗਲ ਕੱਟੇ ਗਏ ਤਾਂ ਤਪਸ਼ ਛੇੜਛਾੜ ਅਸੀਂ ਕੀਤੀ ਆ। ਮਤਲਬ ਕਾਰਨ ਜੇ ਹੈਗਾ ਤੇ ਉਹਦਾ ਭਾਈ ਅਸੀਂ ਕੁਦਰਤ ਨਾਲ ਛੇੜਛਾੜ। ਅੱਛਾ ਡਾਕਟਰ ਸਾਹਿਬ, ਚਲੋ ਜਿੱਦਾਂ ਤੁਹਾਡੀਆਂ ਗੱਲਾਂ ਸੁਣੀਆਂ ਜਾਂ ਜਿੱਦਾਂ ਹੁਣ ਪੜ੍ਹਨ ਲਿਖਣ ਚ ਆਉਂਦਾ ਹੈ, ਹਾਂਜੀ, ਉਸ ਹਿਸਾਬ ਨਾਲ ਤੇ ਚੌਹਾਨ ਸਾਹਿਬ ਇਦਾਂ ਲੱਗਦਾ ਵੀ ਇਹ ਜਿਹੜੀ ਚੀਜ਼ ਹੋ ਰਹੀ ਆ ਬੜੀ ਖਤਰਨਾਕ ਆਉਣ ਵਾਲਾ ਸਮਾਂ ਲੱਗਦਾ, ਇਹਦਾ ਸਾਡੇ ਆਉਣ ਵਾਲੇ ਸਮੇਂ ਦਾ ਨੁਕਸਾਨ ਹੈ। ਹਾਂਜੀ, ਪਰ ਕੀ ਇਹਦੇ ਚ ਕੋਈ ਫਾਇਦਾ ਵੀ ਹੈਗਾ ਕੋਈ, ਕਿ ਨੁਕਸਾਨ ਹੀ ਨੁਕਸਾਨ ਹੈ ਜੀ ਸਾਰਾ ਇਹਨਾਂ ਚੀਜ਼ਾਂ ਦਾ? ਕੁਦਰਤ ਨੇ ਇੱਕ ਜਿਹੜਾ ਸਿਸਟਮ ਬਣਾਇਆ ਹੈ ਨਾ ਤੇਜਪਾਲ ਜੀ, ਉਹ ਸਾਡੇ ਫਾਇਦੇ ਵਾਸਤੇ ਬਣਾਇਆ। ਜਿਵੇਂ ਅਸੀਂ ਪਵਿੱਤਰ ਗੁਰਬਾਣੀ ਦੀਆਂ ਕੁਝ ਲੈਣਾ ਕਹਿੰਦੇ ਨਾ, ਪੂਰੇ ਕਾ ਕੀਆ ਸਭ ਕੁਛ ਪੂਰਾ, ਵਾਦ ਘਾਟ ਕਿਛ ਨਾਈ। ਬਿਲਕੁਲ, ਇਹਦੇ ਵਿੱਚ ਸਾਰਾ ਕੁਝ ਪਰਫੈਕਟ ਆ। ਜਿਹੜੀ ਤੁਸੀਂ ਛੇੜਛਾੜ ਦੀ ਗੱਲ ਕੀਤੀ ਹੈ ਨਾ ਵੀ ਇਨਸਾਨ ਦੇ ਦੁਆਰਾ, ਉਹ ਛੇੜਛਾੜ ਹੀ ਜਿਹੜੀ ਯਾਰ ਨੁਕਸਾਨ ਕਰਦੀ ਹੈ। ਕਿਰਨਾਂ ਸੂਰਜ ਦੀਆਂ ਆਉਣ, ਉਹ ਸਾਡੇ ਵਾਤਾਵਰਣ ਨੂੰ ਠੰਡਾ ਹੋਣ ਤੋਂ ਰੋਕਦੀਆਂ। ਜੇ ਉਹ ਕਿਰਨਾਂ ਨਾ ਆਉਣ ਤੇ ਅਸੀਂ ਤੇ ਇੱਥੇ ਠੰਡ ਨਾਲ ਮਰ ਜਾਵਾਂਗੇ। ਜ਼ਰੂਰੀ ਗਰਮੀ ਵੀ ਨਾ ਹੋਵੇ, ਜ਼ਰੂਰੀ ਗਰਮੀ ਵੀ ਨਾ ਹੋਵੇ, ਤੇ ਉਹ ਅਸੀਂ ਠੰਡ ਦੇ ਨਾਲ ਹੀ ਸਾਡਾ ਇੱਥੇ ਜੀਵਨ, ਅਸੀਂ ਕੀ ਸਾਰਾ ਜੀਵਨ ਵੈਸੇ ਇਹ ਫਾਇਦੇ ਵਾਸਤੇ ਆ ਜੀ। ਲੇਕਿਨ ਜਿਵੇਂ ਜਿਵੇਂ ਇਨਸਾਨ ਨੇ ਕੁਦਰਤ ਦੇ ਨਾਲ, ਕੁਦਰਤੀ ਸੋਮਿਆਂ ਦੇ ਨਾਲ, ਹੁਣ ਜਿਹੜੇ ਸਾਡੇ ਫੋਸਲ ਫਿਊਲਸ ਜਿਨ੍ਹਾਂ ਨੂੰ ਕਹਿੰਦੇ ਆ, ਜਿਹਦੇ ਵਿੱਚ ਕੋਲਾ ਆ ਜਾਂਦਾ, ਜਿਹਦੇ ਵਿੱਚ ਡੀਜ਼ਲ ਆ ਜਾਂਦਾ ਆ, ਜਦੋਂ ਉਹਨਾਂ ਦੀ ਕਹਿ ਲਓ ਵੀ ਲੋੜ ਤੋਂ ਵੱਧ ਵਰਤੋਂ ਕੀਤੀ, ਉਹ ਫਿਰ ਜਦੋਂ ਵੱਧ ਵਰਤੋਂ ਹੋਈ, ਉਹਨਾਂ ਦੇ ਨਾਲ ਗੈਸਾਂ ਦਾ ਐਮਿਸ਼ਨ ਹੋਇਆ, ਉਹ ਨਿਕਲੀਆਂ, ਮੀਥੇਨ ਨਿਕਲੀ, ਕਾਰਬਨ ਡਾਈਆਕਸਾਈਡ ਨਿਕਲੀ, ਨਾਈਟ੍ਰਸ ਆਕਸਾਈਡ ਨਿਕਲੀ। ਇਹਨਾਂ ਸਾਰੀਆਂ ਗੈਸਾਂ ਨੇ ਉਹ ਜਿਹੜੀ ਸਾਡੀ ਫਾਇਦੇਮੰਦ ਚੀਜ਼ ਸੀਗੀ ਉਹਨੂੰ ਨੁਕਸਾਨਦੇਹ ਬਣਾ ਦਿੱਤਾ ਜੀ। ਇਸ ਕਰਕੇ ਹੈ ਤੇ ਫਾਇਦੇਮੰਦ ਸੀਗੀਆਂ, ਲੇਕਿਨ ਇਨਸਾਨ ਦੇ ਕਰੈਕਟਰ ਕਰਕੇ, ਉਹਦੀ ਕਾਰਜਸ਼ੈਲੀ ਕਰਕੇ ਇਹ ਨੁਕਸਾਨ ਵਾਲੇ ਪਾਸੇ ਨੂੰ ਤੁਰ ਪਈਆਂ। ਉਹਦੇ ਵਿੱਚ ਸਾਡੇ ਕੁਦਰਤੀ ਸੋਮਿਆਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ। ਐਸਾ ਨੁਕਸਾਨ ਹੋ ਗਿਆ ਜਿਹੜਾ ਜੇ ਤੇ ਅਸੀਂ ਸੰਭਲ ਗਏ ਤੇ ਫਿਰ ਤੇ ਉਸਨੂੰ ਅਜੇ ਵੀ ਅਸੀਂ ਕਵਰ ਕਰ ਸਕੇ, ਕਿਉਂਕਿ ਕੁਦਰਤ ਹਰ ਚੀਜ਼ ਨੂੰ ਇੱਕ ਮੌਕਾ ਦਿੰਦੀ ਹੈ।
ਇਹ ਨਹੀਂ ਹੈਗਾ ਵੀ ਕੁਦਰਤ ਵੀ ਸਾਰਾ ਵੀ ਉਹ ਲਹਿੰਦੇ ਪਾਲੇ ਵਾਲੇ ਪਾਸੇ ਨੂੰ ਸਾਨੂੰ ਇਸ਼ਾਰਾ ਕਰਦੀ ਹੈ, ਸਾਨੂੰ ਸੋਝੀ ਵੀ ਦਿੱਤੀ ਹੈ, ਸਾਨੂੰ ਚੇਤਨਤਾ ਵੀ ਦਿੰਦੀ ਹੈ ਕੁਦਰਤ ਬਿਲਕੁਲ ਵੀ ਅਸੀਂ ਜੋ ਐਕਸ਼ਨ ਕਰਦੇ ਆ ਵੀ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਬਿਲਕੁਲ ਸਹੀ ਸੋ ਤੁਹਾਡੀ ਸਵਾਲ ਦਾ ਜਵਾਬ ਹੈ ਤੇ ਫਾਇਦੇਮੰਦ ਸੀਗੀ ਹੈ, ਪਰ ਜਿਹੜੀ ਓਵਰ ਐਕਸਪਲੋਇਟੇਸ਼ਨ ਜੀ। ਵੀ ਜਿਹੜੀ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਉਹਨਾਂ ਨੇ ਇਸ ਨੂੰ ਨੁਕਸਾਨਦੇਹ ਬਣਾ ਦਿੱਤਾ। ਡਾਕਟਰ ਸਾਹਿਬ ਇੱਕ ਫੋਨ ਆਇਆ ਜੀ, ਹਾਂਜੀ। ਫੋਨ ਲੈ ਲਈਏ। ਹੈਲੋ ਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ, ਕਿਹੜੇ ਪਿੰਡ ਤੋਂ ਬੋਲਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁਲਾਮ ਮੋਹਨ ਜੀ ਬਠਿੰਡੇ ਤੋਂ। ਜੀ ਜੀ, ਸਵਾਲ ਪੁੱਛੋ ਜੀ। ਹਾਂਜੀ ਨਮਸਕਾਰ ਜੀ, ਪਹਿਲਾਂ ਤਾਂ ਬਹੁਤ ਵਧੀਆ ਵਿਸ਼ਾ ਜੀ ਤਪਸ਼ ਦਾ। ਜੀ ਤੇ ਜੇ ਆਪਾਂ ਗੱਲ ਕਰੀਏ ਨਾ ਤਪਸ਼ ਬਾਰੇ, ਵਾਕਈ ਤੁਹਾਡੀ ਸਹੀ ਗੱਲ ਹੈ ਜੀ, ਤਪਸ਼ ਪਿਛਲੇ ਸਾਲ ਨਾਲੋਂ ਐਕਟਿਵ ਵੱਧ ਹੈ ਜੀ ਤੇ ਇਹਦਾ ਫਸਲਾਂ ਤੇ ਵੀ ਨੁਕਸਾਨ ਪੈਂਦਾ, ਜਿਵੇਂ ਮੂੰਗੀ ਹੈ, ਮੱਕੀ ਹੈ, ਨਰਮੇ ਤਾਂ ਪੈਂਦਾ ਹੀ ਪੈਂਦਾ ਜੀ। ਜੀ ਜੀ ਜੀ, ਤੇ ਉਹਨਾਂ ਦਾ ਥੋੜਾ ਜਿਹਾ ਨੁਕਸਾਨ ਵੱਧ ਹੁੰਦਾ ਜੀ, ਜਿਵੇਂ ਗਰਮ ਹਵਾ ਵਗਦੀ ਆ ਹੁਣ ਹਾਂ ਬਿਲਕੁਲ ਤੇ ਬਿਲਕੁਲ ਫਸਲ ਹੁੰਦੀ ਹੈ ਛੋਟੀ ਜੀ। ਜਾਂ ਹੁਣ ਛੋਟੀ ਮੂੰਗੀ ਹੈ, ਮੱਜਰੇ, ਉਹਨੂੰ ਅਸੀਂ ਪਾਣੀ ਤਾਂ ਲਾ ਨਹੀਂ ਸਕਦੇ ਜੀ, ਹੂੰ ਪੱਠੇ ਹੁੰਦੇ ਆ। ਹਾਂਜੀ। ਉਹਦਾ ਕੋਈ ਢੰਗ ਤਰੀਕਾ ਚਾਹੀਦਾ, ਸਵੇਰ ਬੀਜੀ ਜਾਵੇ ਜਾਂ ਸ਼ਾਮ ਨੂੰ ਬੀਜੀ ਜਾਵੇ, ਉਹਦਾ ਕੋਈ ਢੰਗ ਤਰੀਕਾ ਇਸ ਤਰ੍ਹਾਂ ਦਾ ਸਾਨੂੰ ਜ਼ਰੂਰ ਦੱਸੋ ਜੀ। ਜੀ 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 ਡਾਕਟਰ ਸਾਹਿਬ। ਦੇਖੋ ਬਹੁਤ ਸੋਹਣਾ ਸਵਾਲ ਇਹਨਾਂ ਨੇ ਪੁੱਛਿਆ ਹੈ। ਇੱਕ ਤੇ ਜਿਹੜੀ ਇਹ ਮੂੰਗੀ ਦੀ ਗੱਲ ਕਰਦੇ ਆ ਨਾ, ਇਹ ਬੜੀ ਵਧੀਆ ਗੱਲ ਆ। ਅਸੀਂ ਜਦੋਂ ਵਾਤਾਵਰਣ ਦੇ ਤਾਪਮਾਨ ਦੇ ਵਧਣ ਦੀ ਗੱਲ ਕਰਦੇ ਆ ਨਾ, ਇਹ ਇੱਕ ਇਲਾਜ ਕਰ ਰਹੇ ਆ। ਅੱਛਾ ਜੀ। ਇਲਾਜ ਇਹ ਆ ਵੀ ਇਹਨਾਂ ਨੇ ਮੱਕੀ ਨੂੰ ਤਰਜੀਹ ਨਹੀਂ ਦਿੱਤੀ, ਇਹਨਾਂ ਨੇ ਮੂੰਗੀ ਨੂੰ ਤਰਜੀਹ ਦਿੱਤੀ। ਹਾਂ ਬਿਲਕੁਲ। ਮੱਕੀ ਦੀ ਫਸਲ ਇਸ ਸਮੇਂ ਦੇ ਵਿੱਚ ਜਿਹੜੇ ਵੀਰ ਆਲੂ ਬੀਜਦੇ ਆ, ਆਲੂ ਤੋਂ ਬਾਅਦ ਉਹਨਾਂ ਕੋਲੋਂ ਜਿਹੜਾ ਸਮਾਂ ਹੁੰਦਾ ਹੈ, ਭਾਵੇਂ ਕਿ ਉਸ ਵੇਲੇ ਦੀ ਬੀਜੀ ਮੱਕੀ ਜਿਹੜੀ ਆ ਉਹਨਾਂ ਨੂੰ ਪੈਸਿਆਂ ਦੇ ਤੌਰ ਤੇ ਫਾਇਦਾ ਦਿੰਦੀ ਆ, ਬਿਲਕੁਲ। ਪਰ ਉਹ ਵਾਤਾਵਰਣ ਦਾ ਇੰਨਾ ਨੁਕਸਾਨ ਕਰਦੀ ਹੈ, ਕਿਉਂਕਿ ਜਿਹੜਾ ਕੁਦਰਤੀ ਸੋਮਾ ਆ, ਜਿਹੜੀ ਹੁਣ ਮੈਂ ਕਪੂਰਥਲੇ ਤੋਂ ਆਇਆ, ਤੁਸੀਂ ਉੱਥੇ ਦੇਖੋ ਬਹੁਤ ਸਾਰੀ ਮੱਕੀ ਜਿਹੜੀ ਆ ਉੱਥੇ ਬੀਜੀ ਆ, ਉਸ ਮੱਕੀ ਨੂੰ ਚੌਥੇ ਦਿਨ ਪਾਣੀ ਲਾਉਣਾ ਪੈਂਦਾ। ਹਾਂਜੀ 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 ਹਾਂਜੀ। ਅਸੀਂ ਇਹ ਹੁਣ ਜਿਹੜੀ ਇਹਨਾਂ ਨੇ ਮੂੰਗੀ ਦੀ ਗੱਲ ਕੀਤੀ ਆ, ਮੂੰਗੀ ਇੱਕ ਐਸੀ ਫਸਲ ਹੈ ਵੀ ਜਿਹੜੀ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਬੜਾ ਸਹਾਈ ਰੋਲ ਕਰਦੀ ਹੈ, ਕਿਉਂਕਿ ਮੂੰਗੀ ਇੱਕ ਲੈਗਿਊਮਿਨਸ ਜਿਹਦੀਆਂ ਜੜ੍ਹਾਂ ਦੇ ਵਿੱਚ ਕੁਦਰਤੀ ਨਾਈਟ੍ਰੋਜਨ ਨੂੰ ਫਿਕਸ ਕਰਨ ਵਾਸਤੇ ਕੁਦਰਤ ਨੇ ਇੱਕ ਕਾਰਖਾਨਾ ਬਣਾਇਆ। ਬਿਲਕੁਲ ਬਿਲਕੁਲ। ਹੁਣ ਇਹਨਾਂ ਨੇ ਪਾਣੀ ਦੀ ਗੱਲ ਕੀਤੀ ਆ, ਦੇਖੋ ਪਾਣੀ ਜੇ 43 ਡਿਗਰੀ ਦੇ ਵਿੱਚ ਕੋਈ ਦਿਨੇ ਪਾਣੀ ਲਾਏਗਾ ਤੇ ਉਹ ਮੂੰਗੀ ਨੇ ਬਹਿਣਾ ਹੀ ਬਹਿਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹਨਾਂ ਨੇ ਮੂੰਗੀ ਬੀਜ ਕੇ ਬਹੁਤ ਅੱਛੀ ਗੱਲ ਕੀਤੀ ਹੈ, ਵਾਤਾਵਰਨ ਨੂੰ ਬਚਾਉਂਦੀ ਆ। ਆਪਾਂ ਗੱਲ ਕਰੀਏ ਅੱਗੇ ਖੇਤੀ ਦੇ ਨਾਲ ਜਦੋਂ ਆਪਾਂ ਖੇਤੀ ਕਰਨੀ ਸ਼ੁਰੂ ਕਰਤੀ, ਹਾਂਜੀ ਹਾਂਜੀ, ਤੇ ਇਹਦੀ ਨਾਲ ਤਪਸ਼ ਵਧੀ ਹੈ, ਕੀ ਨੁਕਸਾਨ ਹੋਏ ਨੇ ਇਹਦੇ? ਖੇਤੀ ਦੇ ਨਾਲ ਦੇਖੋ ਜਿਹੜਾ ਕੁਦਰਤੀ ਤੌਰ ਤੇ ਕਾਰਬਨ ਡਾਈਆਕਸਾਈਡ ਦਾ, ਮੀਥੇਨ ਗੈਸ ਦਾ ਮੁੱਖ ਸੋਮਾ ਜਿਹੜਾ ਹੈ ਨਾ ਜੀ, ਐਮਿਸ਼ਨ ਕਹਿ ਲਓ ਵੀ ਜਿਹੜੀਆਂ ਗੈਸਾਂ ਗ੍ਰੀਨ ਹਾਊਸ ਗੈਸਾਂ ਕਹਿੰਦੇ, ਉਹਦਾ ਮੂਲ ਜਿਹੜਾ ਸਰੋਤ ਆ ਉਹ ਵੈਸੇ ਖੇਤੀ ਹੋਈ ਆ। ਅਸੀਂ ਕਹਿੰਦੇ ਨਾ ਵੀ ਇਹ ਖੇਤੀ ਕਰਨੀ ਆ, ਤਾਂ ਹੁਣ ਜਦੋਂ ਅਸੀਂ ਝੋਨੇ ਦੇ ਵਿੱਚ ਪਾਣੀ ਖੜਾ ਕਰਦੇ ਆ, ਸਾਨੂੰ ਲੱਗਦਾ ਵੀ ਉਹ ਪਣਾ ਬਣਨਾ ਚਾਹੀਦਾ। ਇੱਕ ਤਾਂ ਉਹਦੇ ਵਿੱਚ ਅਸੀਂ ਖਾਦਾਂ ਪਾਉਂਦੇ ਆ, ਡੀਏਪੀ ਮਾਰ ਸਾਨੂੰ ਕਹਿੰਦੇ ਆ ਵੀ ਜਿਨ੍ਹਾਂ ਨੇ ਕਣਕ ਨੂੰ ਪੂਰੀ ਡੀਏਪੀ ਪਾ ਲਈ ਆ, ਉਹਨਾਂ ਨੂੰ ਝੋਨੇ ਦੇ ਵਿੱਚ ਨਹੀਂ ਪਾਉਣ ਦੀ ਲੋੜ। ਹੁਣ ਉਹ ਇੱਕ ਕਨਸੈਪਟ ਬਣਿਆ ਆ ਕਿਸਾਨ ਦੇ ਮਨ ਦੇ ਵਿੱਚ ਵੀ ਜੇ ਪਣਾ ਨਹੀਂ ਬਣੂਗਾ ਨਾ ਤੇ ਉਹ ਮੇਰੇ ਵਾਸਤੇ ਵੀ ਉਹ ਠੀਕ ਨਹੀਂ, ਫਸਲ ਨਹੀਂ ਹੋਣੀ। ਲੇਕਿਨ ਉਹ ਚੀਜ਼ਾਂ ਜਿਹੜੀਆਂ ਜਿੱਥੇ ਜ਼ਿਆਦਾ ਪਣਾ ਬਣੇਗਾ ਉੱਥੇ ਜ਼ਿਆਦਾ ਮੀਥੇਨ ਗੈਸ ਵੀ ਹੋਏਗੀ। ਬਿਲਕੁਲ। ਮਤਲਬ ਇਹ ਅਗਰ ਅਸੀਂ ਜੋ ਸਰਕਾਰ ਦੇ ਉਪਰਾਲੇ ਆ, ਜੋ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਆ, ਅਸੀਂ ਸਿੱਧੀ ਬਜਾਈ ਦੀ ਗੱਲ ਅੱਜ ਕੱਲ੍ਹ ਕਰਦੇ ਪਏ ਹਾਂ। ਸਰਕਾਰ ਦਾ ਕਿੰਨਾ ਜ਼ੋਰ ਲੱਗ ਰਿਹਾ ਔਰ ਬੜੇ ਸਹੀ ਦਿਸ਼ਾ ਵੱਲ ਇਹ ਕਦਮ ਆ। ਇੱਕ ਹੁਣ ਖੇਤਾਂ ਦੇ ਵਿੱਚ ਮਹੀਨਾ ਡੇਢ ਮਹੀਨਾ ਪਾਣੀ ਖੜਾ ਕਰਨਾ, ਇਹ ਇੱਕ ਕੋਈ ਸਿਆਣਪ ਵਾਲੀ ਗੱਲ ਨਹੀਂ ਕਹੀ ਜਾ ਸਕਦੀ, ਖਾਸ ਕਰਕੇ ਉਦੋਂ ਜਦੋਂ ਸਾਨੂੰ ਪਤਾ ਹੋਵੇ ਵੀ ਪਾਣੀ ਗਿਆ ਆ, ਲਗਭਗ ਗਿਆ ਵਾਲੀ ਗੱਲ ਆ। ਹੁਣੇ ਅਸੀਂ ਜਿਹੜੀ ਗੱਲ ਕਰ ਰਹੇ ਸਾਂ ਨਾ ਵੀ ਅੱਜ ਤੋਂ 30 ਸਾਲ ਪਹਿਲਾਂ ਮੋਟਰਾਂ ਉੱਪਰ ਸੀਗੀਆਂ, ਮੋਨੋ ਬਲਾਕ ਪੰਪ, ਡਾਕਟਰ ਸਾਹਿਬ ਨੇ ਗੱਲ ਕੀਤੀ। ਬਿਲਕੁਲ ਬਿਲਕੁਲ। ਫਿਰ ਮੱਛੀ ਮੋਟਰ ਆ ਗਈਆਂ, ਉਹ ਕਿੰਨੇ ਡੂੰਘੇ ਪੰਪ ਹੋ ਗਏ, ਉਹਨਾਂ ਦੀ ਕਿੰਨੀ ਕੀਮਤ ਹੋ ਗਈ। ਨਹੀਂ ਹੁਣ ਤਾਂ ਮੁੱਕ ਗਿਆ ਜੀ, ਕਹਿੰਦੇ ਚੌਹਾਨ ਸਾਹਿਬ, ਇਹ ਤੋਂ ਗਾਹਾਂ ਤਾਂ ਇਲਾਜ ਹੀ ਕੋਈ ਨਹੀਂ ਹੈਗਾ। ਦੇਖੋ ਜੀ, ਹੁਣ ਕਿੰਨਾ ਕੁ ਥੱਲੇ ਨੂੰ ਉਤਰ ਜਾਾਂਗੇ ਆਪਾਂ। ਪੰਜਾਬ ਦੇ ਬਹੁਤ ਸਾਰੇ ਜਿਹੜੇ ਬਲਾਕ ਨੇ ਉਹ ਰੈੱਡ ਜ਼ੋਨ ਚ ਆ ਚੁੱਕੇ ਨੇ, ਵੀ ਉੱਥੇ ਅਸੀਂ ਲਾ ਨਹੀਂ ਸਕਦੇ ਪੰਪ। ਹਾਂ ਡਾਕਟਰ ਸਾਹਿਬ, ਫੋਨ ਇੱਕ ਹੋਰ ਆਇਆ ਜੀ, ਫੋਨ ਲੈ ਲਈਏ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ, ਕਿਹੜੇ ਪਿੰਡ ਤੋਂ ਬੋਲਦੇ ਹੋ ਜੀ? ਮੈਂ ਹਰਜਿੰਦਰ ਸਿੰਘ ਗਰੇਵਾਲ ਜੀ, ਪਿੰਡ ਸੋਰਲ ਕਲਾਂ, ਪਟਿਆਲਾ। ਜੀ ਹਰਜਿੰਦਰ ਸਿੰਘ ਜੀ, ਸਵਾਲ ਪੁੱਛੋ ਜੀ। ਹਾਂ ਸਰ, ਬੇਨਤੀ ਇਹ ਵੀ ਜਿਹੜੇ ਕਿਸਾਨਾਂ ਕੋਲ ਮੋਟਰਾਂ ਦੇ ਬੱਟਾਂ ਤੇ ਅਸੀਂ ਪਪੂਲਰ ਲਾ ਲਈਏ,
ਜੀ ਹਾਂਜੀ ਹਾਂਜੀ ਉਹਦੇ ਨਾਲ ਵੀ ਵਾਤਾਵਰਨ ਦਾ ਕੁਝ ਫਰਕ ਤਾਂ ਪਊਗਾ। ਲੋ ਜੀ, ਪੈਣਾ ਹੀ ਪੈਣਾ। ਦੇਖੋ ਦਰਖਤ ਕਿਸੇ ਵੀ ਸ਼ੇਪ ਦੇ ਵਿੱਚ ਆ, ਉਹਨਾਂ ਨੇ ਵਾਤਾਵਰਣ ਦੀ ਰੱਖਿਆ ਕਰਨੀ ਹੀ ਕਰਨੀ ਹੈ। ਜੀ ਇਹ ਹੁਣ ਜਿਹੜੇ ਸੜਕਾਂ ਦੇ ਕਿਨਾਰਿਆਂ ਤੇ ਖੇਤ ਆ, ਕਈ ਵਾਰੀ ਨਾ ਅਸੀਂ ਆਪਣਾ ਨਿੱਜੀ ਥੋੜੇ ਸਮੇਂ ਦਾ ਫਾਇਦਾ ਲੈਣ ਵਾਸਤੇ ਨਾ ਜਿਹੜਾ ਲੰਮੇ ਸਮੇਂ ਦਾ ਨੁਕਸਾਨ ਆ ਉਹਨੂੰ ਅਸੀਂ ਝੱਲ ਲੈਂਦੇ ਆ। ਬਿਲਕੁਲ ਜਿਹੜੀ ਪਾਪੂਲਰ ਦੀ ਇਹਨਾਂ ਨੇ ਗੱਲ ਕੀਤੀ ਹੈ, ਦਰਖਤ ਕਿਸੇ ਵੀ ਫਾਰਮ ਦੇ ਵਿੱਚ ਆ, ਅਸੀਂ ਉਹਨਾਂ ਨੂੰ ਇਹ ਸਿਫਾਰਿਸ਼ ਕਰਦੇ ਹਾਂ, ਬਲਕਿ ਇਹ ਬੜਾ ਇੱਕ ਉੱਤਮ ਕਾਜ ਆ ਦਰਖਤ ਲਾਉਣੇ। ਸਰਕਾਰਾਂ ਪ੍ਰੋਤਸਾਹਨ ਦਿੰਦੀਆਂ ਪਈਆਂ। ਪਿੱਛੇ ਜੀ ਕਪੂਰਥਲੇ ਵਿੱਚ ਜਦੋਂ 550 ਸਾਲਾ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮਨਾਇਆ ਦਿਨ, ਤੇ ਉਦੋਂ ਉਸ ਤੋਂ ਬਾਅਦ ਸਰਕਾਰਾਂ ਨੇ ਆਖਿਆ ਵੀ 550 ਬੂਟੇ ਉੱਥੇ ਲਾਓ। ਇਹ ਬੜੀ ਵਧੀਆ ਗੱਲ ਹੈ ਗਰੇਵਾਲ ਸਾਹਿਬ, ਬਈ ਜੇ ਕੋਈ ਪਾਪੂਲਰ ਲਾਉਂਦਾ ਜਾਂ ਹੋਰ ਕੋਈ ਦਰਖਤ ਲਾਉਂਦਾ ਤੇ ਇਹ ਉਹਦਾ ਇੱਕ ਅਹਿਮ ਯੋਗਦਾਨ ਆ ਵਾਤਾਵਰਣ ਨੂੰ ਬਚਾਉਣ ਦੇ ਵਿੱਚ। ਬਿਲਕੁਲ ਬਿਲਕੁਲ ਇਹ ਇੱਕ ਰੈਮਡੀ ਆ, ਇਹ ਇੱਕ ਤਰੀਕਾ ਆ, ਇਹ ਇੱਕ ਢੰਗ ਆ ਜਿਹੜਾ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਜੀ। ਇੱਕ ਦਰਖਤ ਆਪਣੇ ਜੀਵਨ ਕਾਲ ਦੇ ਵਿੱਚ ਕਈ ਟਨ ਜਿਹੜੀ ਇਹ ਕਾਰਬਨ ਡਾਈਆਕਸਾਈਡ ਸੋਖਦਾ ਆ। ਜੀ 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 ਇਸ ਕਰਕੇ ਇਹ ਤੇ ਇੱਕ ਦਰਖਤ ਦੀ ਗੱਲ ਆ ਤੇ ਗਰੇਵਾਲ ਸਾਹਿਬ ਤੇ ਕਈ ਦਰਖਤਾਂ ਦੀ ਗੱਲ ਕਰਦੇ ਆ। ਸੋ ਇਹ ਬੜੀ ਵਧੀਆ ਗੱਲ ਹੈ। ਹਾਂ, ਤੇ ਡਾਕਟਰ ਸਾਹਿਬ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਪਹਿਲਾਂ, ਤੁਸੀਂ ਵੀ ਦੱਸਿਆ ਵੀ ਚਲੋ ਸਿੱਧਾ ਝੋਨਾ ਲਾਓ। ਹਾਂਜੀ ਹਨਾ? ਉਹਦੇ ਨਾਲ ਹੀ ਕਹਿੰਦੇ 25% ਝੋਨਾ ਆਪਾਂ ਪਾਣੀ ਤੇ ਆਪਾਂ ਜਦੋਂ ਕੱਦੂ ਕਰੀਦਾ ਉਦੋਂ ਹੀ ਵਰਤ ਲਈਦਾ। ਬੇਸ਼ੱਕ ਉਹਦੇ ਨਾਲ ਬਹੁਤ ਵੱਡਾ ਸਾਨੂੰ ਫਰਕ ਪਏਗਾ। ਦੇਖੋ ਇਹਦੇ ਨਾਲ ਨਾਲ ਵੇਖੋ ਸਿੱਧੀ ਬਿਜਾਈ ਦਾ ਕਾਰਨ ਕੀ ਆ, ਕਿਉਂ ਸਰਕਾਰਾਂ ਕਹਿ ਰਹੀਆਂ ਸਿੱਧੀ ਬਿਜਾਈ ਦੀ ਜਦੋਂ ਗੱਲ ਕਰਦੇ ਆ ਨਾ, ਤੇ ਇੱਕ ਸਰਕਾਰ ਔਰ ਮਹਿਕਮਾ ਤੇ ਖੇਤੀਬਾੜੀ ਯੂਨੀਵਰਸਿਟੀ ਵੀ ਥੋੜੇ ਸਮਾਂ ਜਿਹੜੀਆਂ ਕਿਸਮਾਂ ਲੈਂਦੀਆਂ ਉਹਨਾਂ ਦੀ ਬਿਜਾਈ ਕਰੋ। ਬੇਸ਼ੱਕ 126 ਦੀ ਥੋੜੀ ਜਿਹੀ ਕਿੱਲਤ ਆ ਰਹੀ ਹੈ, ਲੇਕਿਨ ਅਜੇ ਵੀ ਕੋਈ ਪ੍ਰਾਈਵੇਟ ਸੰਸਥਾਨ ਆ ਉਹਨਾਂ ਕੋਲ 126 ਕਿਸਮ ਹੈਗੀ ਆ, 130 ਕਿਸਮ ਹੈ, 15 ਜਿਹੜੀਆਂ ਘੱਟ ਸਮਾਂ ਖੇਤਾਂ ਦੇ ਵਿੱਚ ਰਹਿਣ, ਘੱਟ ਪਾਣੀ ਲੈਣ, ਤੇ ਉਹਦੇ ਵਿੱਚ ਜਿਹੜੇ ਵੇਖੋ ਸਿੱਧੀ ਬਿਜਾਈ ਦਾ ਨਿਰਾ ਪਾਣੀ ਦਾ ਹੀ ਨਹੀਂ, ਸਾਡੀ ਲੇਬਰ ਦੀ ਕਿੰਨੀ ਬਚਤ ਹੈ। ਜਿੰਨੇ ਰਿਸੋਰਸਸ ਅਸੀਂ ਉੱਥੇ ਕੱਦੂ ਨਹੀਂ ਕਰਨਾ, ਟਰੈਕਟਰ ਦੀ ਘੱਟ ਵਰਤੋਂ ਹੋ ਗਈ, ਅਸੀਂ ਉੱਥੇ ਖਾਦਾਂ ਨਹੀਂ ਪਾਉਣੀਆਂ। ਖਾਦਾਂ ਵੇਖੋ, ਖਾਦਾਂ ਇੱਕ ਕੈਮੀਕਲ ਆ, ਕੈਮੀਕਲ। ਅਸੀਂ ਵਾਤਾਵਰਨ ਨੂੰ ਬਚਾਉਣ ਦੀ ਜਦੋਂ ਗੱਲ ਕਰਦੇ ਹਾਂ ਤੇ ਹਰ ਤਰ੍ਹਾਂ ਦਾ ਕੁਦਰਤੀ ਸੋਮਾ ਜਿਹੜਾ ਵੇਸਟੇਜ ਦੀ ਕਗਾਰ ਤੇ ਖਲੋਤਾ ਆ, ਅਸੀਂ ਉਹਦੀ ਘੱਟ ਵਰਤੋਂ ਕਰਨੀ ਹੈ, ਅਸੀਂ ਉਹਨੂੰ ਬਚਾਉਣਾ। ਜਦੋਂ ਅਸੀਂ ਜੈਵਿਕ ਖੇਤੀ ਦੀ ਗੱਲ ਕਰਦੇ ਹਾਂ, ਆਰਗੈਨਿਕ ਫਾਰਮਿੰਗ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਮਾਹਰਾਂ ਵੱਲੋਂ ਚੌਹਾਨ ਸਾਹਿਬ ਮਹਿਕਮੇ ਨਾਲ ਸਿੱਧੇ ਤੌਰ ਤੇ ਸੰਬੰਧ ਰੱਖਦੇ ਆ, ਤੇ ਇਹ ਵੀ ਕਿਸਾਨਾਂ ਨੂੰ ਇਹੋ ਹੀ ਦੱਸਦੇ ਆ ਬਈ ਜਿਹੜੀ ਗਲੀ ਸੜੀ ਰੂੜੀ ਆ, ਫਸਲਾਂ ਦੀ ਰਹਿੰਦ ਖੂੰਹਦ ਆ, ਇਹ ਹੁਣ ਵੇਖੋ ਅਸੀਂ ਵਾਤਾਵਰਨ ਦੇ ਪ੍ਰਤੀ ਅਜੇ ਇੰਨੇ ਜਾਗਰੂਕ ਹੋਏ ਨਹੀਂ। ਉਹ ਕਈ ਵਾਰੀ ਕਹਿੰਦੇ ਆ ਨਾ ਵੀ ਜੇ ਅੱਖਾਂ ਮੀਟ ਲਈਏ ਤੇ ਇਹ ਨਾ ਸਮਝੋ ਵੀ ਬਿੱਲੀ ਆਈ ਨਹੀਂ ਕਬੂਤਰ ਇਹ ਸਮਝੇ, ਹੈ ਨਾ। ਹੁਣ ਜਦੋਂ ਪਰਾਲੀ ਨੂੰ ਅੱਗ ਅਸੀਂ ਲਾ ਦਿੰਦੇ ਆ, ਕਿੰਨੇ ਹਾਦਸੇ, ਇਨਸਾਨੀ ਜਾਨਾਂ ਕਿੰਨੀਆਂ ਖਤਮ ਹੋ ਜਾਂਦੀਆਂ। ਸੋ ਇਹ ਸਾਰੇ ਸਾਡੇ ਉਪਰਾਲੇ ਆ, ਇਹ ਸਾਡੇ ਯਤਨ ਆ, ਭਾਵੇਂ ਉਹਦੇ ਵਿੱਚ ਸਿੱਧੀ ਬਿਜਾਈ ਆ, ਭਾਵੇਂ ਉਹਦੇ ਵਿੱਚ ਮੱਕੀ ਨਾ ਬੀਜਣਾ, ਜਿਹੜੀ ਮੈਂ ਬੇਨਤੀ ਕੀਤੀ ਆ ਹੁਣ ਮੱਕੀ ਬੀਜੋ। ਅਸੀਂ ਬਾਅਦ ਵਿੱਚ ਡੀਕੀਏ ਵੀ ਜੰਮੂ ਤੋਂ ਮੱਕੀ ਆਵੇ ਤੇ ਫਿਰ ਅਸੀਂ ਉਹ ਲੈ ਕੇ ਤੇ ਉਹਦਾ ਮੱਕੀ ਦਾ ਆਟਾ ਖਾਈਏ। ਇੱਕ ਕੁਦਰਤੀ ਗੱਲ ਆ, ਜਿਹੜੀ ਚੀਜ਼ ਦੀ ਕਮੀ ਹੋ ਜਾਂਦੀ ਆ ਉਹਦਾ ਰੇਟ ਵੱਧ ਜਾਂਦਾ। ਹਾਂਜੀ ਹਾਂਜੀ, ਸਾਡੇ ਖੇਤਾਂ ਦੇ ਵਿੱਚੋਂ ਉਹ ਚੀਜ਼ਾਂ, ਦਾਲਾਂ ਮੁੱਕ ਗਈਆਂ। ਦਾਲਾਂ ਸਾਡੇ ਖੇਤਾਂ ਦੇ ਵਿੱਚ ਕੁਦਰਤੀ ਨਾਈਟ੍ਰੋਜਨ ਫਿਕਸ ਕਰਦੀਆਂ ਸੀ, ਜਿਹੜੀ ਤੁਸੀਂ ਹੁਣੇ ਵਾਧੂ ਖਰਚਿਆਂ ਦੀ ਗੱਲ ਕਰਦੇ ਪਏ ਸੀ ਵੀ 5-5 ਬੋਰੇ ਯੂਰੀਆ ਦੇ ਜਿਹੜੇ ਉਹ ਪਾਏ ਜਾਂਦੇ ਆ, ਪਾਈ ਜਾਂਦੇ ਆ, ਉਹ ਪਾਈ ਜਾਂਦੇ ਆ। ਮਤਲਬ ਕੁਦਰਤ ਵੱਲੋਂ ਆਪਣਾ ਸਿਸਟਮ ਜਿਹੜਾ ਨਾ ਚੱਲਦਾ ਪਿਆ, ਜਿਹੜੀ ਉਹਦੇ ਵਿੱਚ ਵਾਧ ਘਾਟ ਆ। ਪਿਛਲੇ ਦਿਨੀ ਜਦੋਂ ਕਣਕ ਦੇ ਮੌਸਮ ਦੇ ਵਿੱਚ ਲਗਾਤਾਰ 1 ਮਹੀਨਾ ਬਾਰਿਸ਼ਾਂ ਹੁੰਦੀਆਂ ਰਹੀਆਂ, ਹੁਣ ਉਹ ਬਾਰਿਸ਼ਾਂ ਦੇ ਨਾਲ ਜਿਹੜੀਆਂ ਕਲਰਾਠੀਆਂ ਪੈਲੀਆਂ ਸੀਗੀਆਂ ਜਾਂ ਹੋਰ ਕਿਤੇ ਵੀ ਫਸਲਾਂ ਦੇ ਵਿੱਚ ਖੜੋਤ ਆ ਗਈ ਜੀ। ਹੁਣ ਉਹਨੂੰ ਖੜੋਤ ਨੂੰ ਹੁਣ ਜ਼ਿਮੀਂਦਾਰ ਦੇ, ਕਿਸਾਨ ਦੇ ਮਨ ਦੇ ਵਿੱਚ ਇਹ ਆ ਵੀ ਮੇਰੇ 18-20 ਏਕੜ ਆਪਣਾ ਕੁਇੰਟਲ ਤੋਂ ਘੱਟ ਨਹੀਂ ਨਿਕਲਣੇ ਚਾਹੀਦੇ। ਹੁਣ ਪਾਣੀ ਖੜਾ ਹੋਣ ਕਰਕੇ ਫਸਲਾਂ ਪੀਲੀਆਂ ਪੈ ਗਈਆਂ, ਮੈਂ ਯੂਰੀਆ ਦੀ ਵਰਤੋਂ ਗੱਲ ਫੇਰ ਉਹੀ ਆ ਚੌਹਾਨ ਸਾਹਿਬ ਵੀ ਇਹਦਾ ਨੁਕਸਾਨ ਬਹੁਤ ਆ ਸਾਡੇ ਲਈ, ਸਾਨੂੰ ਸੁਚੇਤ ਹੋਣਾ ਪੈਣਾ। ਸਿੱਧਾ ਝਾੜ ਤੇ ਤਾਂ ਸਿੱਧਾ ਅਸਰ ਪੈਣਾ ਹੀ ਪੈਣਾ ਜੀ ਇਹਦਾ, ਹਨਾ। ਉਹ ਜਿਹੜੀ ਚੀਜ਼ ਆ ਵੀ ਇਹਦਾ ਥੋੜਾ ਜਿਹਾ ਆਪਾਂ ਨੂੰ ਖਿਆਲ ਰੱਖਣਾ ਪੈਣਾ, ਹਰ ਹੀਲੇ। ਹਾਂ, ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ, ਨਹੀਂ ਤਾਂ ਆਪਾਂ ਬਹੁਤ ਵੱਡਾ ਨੁਕਸਾਨ ਕਰ ਲਾਂਗੇ।
ਆਪਣਾ ਵੀ ਕੁਦਰਤ ਦਾ ਤੇ ਹੈ ਹੀ ਜਿਹੜਾ ਨੁਕਸਾਨ ਹੈ, ਆਪਣਾ ਪਸ਼ੂਆਂ ਦਾ, ਪੰਛੀਆਂ ਦਾ, ਉਹਨਾਂ ਦਾ ਵੀ ਨੁਕਸਾਨ ਕਰਾਂਗੇ। ਹਾਂ ਬਿਲਕੁਲ। ਸੋ ਤਾਪਮਾਨ ਆਇਆ, ਮਹਿਕਮੇ ਵਾਲਿਆਂ ਨੇ ਭੇਜਿਆ, ਦੱਸ ਦਿਓ ਜੀ, ਇੱਕ ਉਹ ਤਾਂ ਸੁਣਾਈਏ ਜੀ। ਹਾਂਜੀ। ਤਾਪਮਾਨ ਅੱਜ ਜਿਹੜਾ ਇੱਦਾਂ ਰਿਹਾ ਜੀ, ਜਲੰਧਰ ਵੱਧ ਤੋਂ ਵੱਧ 40.8 ਡਿਗਰੀ ਸੈਲਸੀਅਸ ਜੀ ਤੇ ਘੱਟ ਤੋਂ ਘੱਟ 26.7 ਡਿਗਰੀ ਸੈਲਸੀਅਸ। ਗੁਰਦਾਸਪੁਰ 39.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 28 ਡਿਗਰੀ ਘੱਟ ਤੋਂ ਘੱਟ ਜੀ। ਚੰਡੀਗੜ੍ਹ 39 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 29.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ। ਪਟਿਆਲਾ ਵੱਧ ਤੋਂ ਵੱਧ ਰਿਹਾ ਜੀ 40.2 ਡਿਗਰੀ ਸੈਲਸੀਅਸ ਤੇ 28 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਅੰਮ੍ਰਿਤਸਰ 42.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 26.7 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਬਠਿੰਡਾ 43.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 25.4 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ। ਤੇ ਆਉਣ ਵਾਲੇ ਸਮੇਂ 'ਚ ਕਹਿੰਦੇ ਜੀ ਮੌਸਮ ਖੁਸ਼ਕ ਰਹੇਗਾ, ਜਿੱਦਾਂ ਆਪਾਂ ਨੂੰ ਲੱਗਦਾ ਵੀ ਆ। ਹਾਲਾਂਕਿ ਕੋਈ ਆਸਾਰ ਨਹੀਂ ਹੈ ਮੀਂਹ ਦੇ ਲੱਗਦਾ। ਪੂਰਾ ਤਾਂ ਵਗਦਾ ਸੀ ਪਰ ਹਾਲੇ ਕਹਿੰਦੇ ਮੌਸਮ ਖੁਸ਼ਕ ਹੀ ਰਹੇਗਾ। ਕਿਸਾਨ ਵੀਰੋ ਤੇ ਭੈਣੋ, ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ? ਇਹਦੇ ਬਾਰੇ ਆਪਣੇ ਸੁਝਾਅ ਸਾਨੂੰ ਭੇਜੋ। ਸਾਡਾ ਪਤਾ ਨੋਟ ਕਰ ਲਓ। ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ। ਪਿੰਨ ਕੋਡ ਹੈ 144001। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਜਾਨ ਹੈ ਤਾਂ ਜਹਾਨ ਹੈ। ਭਾਵੇਂ ਕਰੋਨਾ ਲੰਘ ਗਿਆ ਲੱਗਦਾ ਹੈ, ਪਰ ਕਰੋਨਾ ਵਰਗੇ ਹੋਰ ਕਈ ਵਾਇਰਸ ਆ ਜਿਹੜੇ ਸਾਡੇ ਸਰੀਰ ਤੇ ਇਫੈਕਟ ਕਰਦੇ ਆ। ਇਸ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ, ਚੰਗਾ ਖਾਓ, ਵਰਜਿਸ਼ ਕਰੋ, ਤਾਂ ਕਿ ਕਰੋਨਾ ਵਰਗਾ ਕੋਈ ਹੋਰ ਆ ਜਾਵੇ ਨਾ, ਉਹਨਾਂ ਲੜਨ ਦੀ ਤਾਕਤ ਸਾਡੇ ਕੋਲ ਪਹਿਲਾਂ ਹੀ ਹੋਵੇ। ਬਾਕੀ ਹੁਣ ਸਾਨੂੰ ਦਿਓ ਇਜਾਜ਼ਤ। ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ ਜੀ। ਜੈ ਹਿੰਦ।